हाँ जी, गुड मॉर्निंग प्यारे विद्यार्थियों। बेटा जिहड़ा अज दा अपना लैक्चर है पंजाबी कंपलसरी दे +1 क्लास दे लई ऑनलाइन क्लासिस दे विच तुहाडा सारिਆਂ ਦਾ स्वागत किया जाता है। हाँ जी, आपां ने जिहड़ियां मिथ कथावां शुरू कीतियां होईयां ने बेटा, अज आपां उस दी दूसरी मिथ कथा जिहड़ी नल अते दमयंती, ठीक है ना, वो मिथ कथा करन जा रहे हैं। हाँ जी, सारे बच्चों ने ध्यान नाल सुनना। निशद देश दे वीर सैन नां दे राजे दा एक पुत्तर सी नल। निशद देश का बेटा एक राजा सी, ਉਹਦਾ नाम ਸੀਗਾ ਵੀਰ ਸੈਨ। ਉਹਦਾ ਇੱਕ ਪੁੱਤਰ ਸੀਗਾ, ਉਹਦਾ ਨਾਮ ਕੀ ਸੀ? ਨਲ ਸੀਗਾ। ਹਾਂਜੀ, ਉਹ ਤੇਜਸਵੀ, ਗੁਣਵਾਨ, ਸੁੰਦਰ ਅਤੇ ਬਲਵਾਨ ਸੀ। ਭਾਵ ਕਿ ਉਹਦੇ ਵਿੱਚ ਸਾਰੇ ਗੁਣ ਨੇ ਜਿਹੜੇ ਉਹ ਦੇਖਣ ਨੂੰ ਪਾਏ ਜਾਂਦੇ ਸੀਗੇ। ਘੋੜੇ ਦੜਾਉਣ ਵਿੱਚ ਉਸ ਦੀ ਖਾਸ ਮਹਾਰਤ ਸੀ। ਭਾਵ ਕਿ ਘੋੜੇ ਦੜਾਉਣ ਦੇ ਵਿੱਚ ਉਹ ਬਹੁਤ ਜ਼ਿਆਦਾ ਐਕਸਪਰਟ ਸੀ। ਇਸੇ ਤਰ੍ਹਾਂ ਵਿਦਰਭ ਨਾਂ ਦੇ ਦੇਸ਼ ਵਿੱਚ ਭੀਮ ਨਾਂ ਦਾ ਇੱਕ ਰਾਜਾ ਰਾਜ ਕਰਦਾ ਸੀ। ਉਸ ਦੀ ਇੱਕ ਰਾਜਕੁਮਾਰੀ ਸੀ ਜਿਸ ਦਾ ਨਾਂ ਦਮਯੰਤੀ ਸੀ। ਵਿਦਰਭ ਦੇਸ਼ ਦਾ ਇੱਕ ਰਾਜਾ ਸੀ ਬੇਟਾ ਭੀਮ, ਉਹਦੀ ਇੱਕ ਲੜਕੀ ਸੀਗੀ, ਠੀਕ ਹੈ ਨਾ, ਰਾਜਕੁਮਾਰੀ ਸੀਗੀ ਜਿਸ ਦਾ ਨਾਮ ਕੀ ਸੀ? ਦਮਯੰਤੀ ਸੀਗੀ। ਉਹ ਵੀ ਆਪਣੇ ਰੂਪ ਦੇ ਪੱਖੋਂ, ਆਪਣੇ ਗੁਣਾਂ ਦੇ ਪੱਖੋਂ, ਆਪਣੇ ਇਲਾਕੇ ਦੇ ਵਿੱਚ, ਆਲੇ ਦੁਆਲੇ ਦੇ ਏਰੀਏ ਦੇ ਵਿੱਚ ਉਹਦਾ ਵੀ ਕੀ ਹੈ? ਪੂਰਾ ਸਿੱਕਾ ਚੱਲਦਾ ਸੀ, ਜਿਸ ਤਰ੍ਹਾਂ ਕਿ ਰਾਜੇ ਨਲ ਦਾ ਚੱਲਦਾ ਸੀ। ਹਾਂਜੀ, ਉਹ ਰੂਪਮਤੀ, ਬੁੱਧੀਮਾਨ ਅਤੇ ਹੋਰ ਅਨੇਕਾਂ ਗੁਣਾਂ ਦੀ ਮਾਲਕ ਸੀ। ਨਲ ਅਤੇ ਦਮਯੰਤੀ ਆਪਣੇ ਗੁਣਾਂ ਕਾਰਨ ਛੇਤੀ ਹੀ ਲੋਕਾਂ ਵਿੱਚ ਜਾਣੇ ਜਾਣ ਲੱਗ ਪਏ। ਹੌਲੀ ਹੌਲੀ ਦੋਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਦੇ ਵਿੱਚ ਹੋਣ ਲੱਗ ਪਈਆਂ ਬੇਟਾ। ਉਹਨਾਂ ਨੂੰ ਆਪ ਇੱਕ ਦੂਜੇ ਦੀ ਵਡਿਆਈ ਦਾ ਪਤਾ ਲੱਗ ਗਿਆ। ਭਾਵ ਕਿ ਇੱਕ ਦੂਸਰੇ ਦੀ ਵਡਿਆਈ, ਇੱਕ ਦੂਸਰੇ ਦੇ ਗੁਣਾਂ ਬਾਰੇ ਉਹਨਾਂ ਨੇ ਲੋਕਾਂ ਦੇ ਮੂੰਹੋਂ ਸੁਣਿਆ, ਕਿਉਂਕਿ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਆਮ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਸੀ। ਇਸ ਤਰ੍ਹਾਂ ਬਿਨਾਂ ਇੱਕ ਦੂਜੇ ਨੂੰ ਮਿਲੇ ਹੀ ਹੌਲੀ ਹੌਲੀ ਉਹ ਇੱਕ ਦੂਜੇ ਨਾਲ ਲਗਾਅ ਮਹਿਸੂਸ ਕਰਨ ਲੱਗ ਪਏ। ਦਮਯੰਤੀ ਦੇ ਜਵਾਨ ਹੋਣ 'ਤੇ ਉਸਦੇ ਪਿਤਾ ਨੇ ਉਸ ਦਾ ਵਿਆਹ ਕਰਨ ਲਈ ਇੱਕ ਸਵੰਬਰ ਦਾ ਆਯੋਜਨ ਕੀਤਾ। ਦਮਯੰਤੀ ਨਾਲ ਵਿਆਹ ਕਰਨ ਦੀ ਇੱਛਾ ਲੈ ਕੇ ਦੂਰ ਦਰਾਡੇ ਤੋਂ ਰਾਜੇ ਅਤੇ ਰਾਜਕੁਮਾਰ ਪਹੁੰਚੇ। ਹੋਰ ਤਾਂ ਹੋਰ ਕਈ ਦੇਵੀ ਦੇਵਤੇ ਵੀ ਰਾਜਿਆਂ ਦਾ ਰੂਪ ਧਾਰਨ ਕਰਕੇ ਉਸ ਸਵੰਬਰ ਵਿੱਚ ਪਹੁੰਚੇ। ਦਮਯੰਤੀ ਪਹਿਲਾਂ ਹੀ ਮਨੋਮਨੀ ਨਲ ਨੂੰ ਆਪਣਾ ਪਤੀ ਵਜੋਂ ਸਵੀਕਾਰ ਕਰ ਚੁੱਕੀ ਸੀ। ਭਾਵ ਕਿ ਦਮਯੰਤੀ ਬੇਟਾ ਕੀ ਹੈ? ਸਵੰਬਰ ਰਚਾਉਣ ਤੋਂ ਪਹਿਲਾਂ ਹੀ ਆਪਣੇ ਮਨ ਹੀ ਮਨ ਦੇ ਵਿੱਚ ਨਲ ਨੂੰ ਆਪਣੇ ਪਤੀ ਵਜੋਂ ਇੱਕ ਸਵੀਕਾਰ ਕਰ ਚੁੱਕੀ ਸੀ, ਇੱਕ ਸਥਾਨ ਹੈ ਜਿਹੜਾ ਉਹਨੂੰ ਦੇ ਚੁੱਕੀ ਸੀ। ਹਾਂਜੀ, ਅੱਗੇ ਹੈਗੇ ਅਚੰਭਾ ਇਹ ਹੋਇਆ ਕਿ ਜਦੋਂ ਸਵੰਬਰ ਸਮੇਂ ਉਹ ਰਾਜੇ ਨਲ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਨੂੰ ਇੱਕ ਨਹੀਂ ਕਈ ਰਾਜੇ ਨਲ ਉੱਥੇ ਬੈਠੇ ਦਿਖਾਈ ਦਿੱਤੇ। ਕਿਉਂਕਿ ਬੇਟਾ ਜਿਹੜੇ ਦੇਵਤੇ ਪਹੁੰਚੇ ਸੀ ਉਹਨਾਂ ਨੇ ਕੀ ਹੈ? ਦੂਸਰੇ ਰਾਜਿਆਂ ਦਾ ਰੂਪ ਧਾਰਨ ਕੀਤਾ ਹੋਇਆ ਸੀ। ਇਸ ਕਰਕੇ ਉੱਥੇ ਉਹਨਾਂ ਨੂੰ ਇੱਕ ਨਲ ਨਹੀਂ ਨਜ਼ਰ ਆਇਆ, ਬਲਕਿ ਕਾਫੀ ਨਲ ਰਾਜੇ ਉੱਥੇ ਬੈਠੇ ਉਹਨੂੰ ਦਿਖਾਈ ਦਿੱਤੇ। ਕਈ ਦੇਵਤਿਆਂ ਨੇ ਰਾਜਾ ਨਲ ਦਾ ਰੂਪ ਧਾਰਨ ਕੀਤਾ ਹੋਇਆ ਸੀ, ਪਰ ਜਦੋਂ ਉਹਨੇ ਬਹੁਤ ਧਿਆਨ ਨਾਲ ਇਕਾਗਰਚਿਤ ਹੋ ਕੇ ਵੇਖਿਆ ਤਾਂ ਉਸ ਨੂੰ ਅਸਲੀ ਨਲ ਲੱਭਣ ਵਿੱਚ ਔਖ ਨਹੀਂ ਹੋਈ। ਭਾਵ ਕਿ ਉਹਨੇ ਇੱਕ ਮਨ ਇੱਕ ਚਿੱਤ ਹੋ ਕੇ ਰਾਜੇ ਨਲ ਦੀ ਪਛਾਣ ਕਰਨ ਦੇ ਵਿੱਚ ਜੁਟ ਗਈ। ਉਸ ਨੇ ਵੇਖਿਆ ਕਿ ਦੇਵਤਿਆਂ ਦੇ ਸਰੀਰ ਉੱਪਰ ਮੁੜਕੇ ਦੀ ਕੋਈ ਬੂੰਦ ਨਹੀਂ ਸੀ, ਉਹਨਾਂ ਦੀਆਂ ਪਲਕਾਂ ਵੀ ਨਹੀਂ ਸਨ ਝਪਕਦੀਆਂ। ਦੂਸਰੀ ਪਹਿਚਾਣ ਸੀ ਬੇਟਾ, ਪਹਿਲੀ ਤਾਂ ਵੀ ਉਹਨਾਂ ਦੇ ਮੁੜਕੇ ਦੇ ਉੱਤੇ ਸਰੀਰ ਦੇ ਉੱਤੇ ਕੋਈ ਮੁੜਕੇ ਦੀ ਜਿਹੜੀ ਬੂੰਦ ਹੈ ਉਹ ਦਿਖਾਈ ਨਾ ਦਿੱਤੀ। ਦੂਸਰੀ ਵੀ ਉਹਦੀਆਂ ਪਲਕਾਂ ਨੇ ਜਿਹੜੀਆਂ ਉਹ ਵੀ ਨਹੀਂ ਝਪਕ ਰਹੀਆਂ ਸੀ ਦੇਵਤਿਆਂ ਦੀਆਂ। ਉਹਨਾਂ ਦੇ ਪੈਰ ਵੀ ਧਰਤੀ ਨੂੰ ਨਹੀਂ ਸੀ ਛੂੰਹਦੇ ਅਤੇ ਨਾ ਹੀ ਉਹਨਾਂ ਦਾ ਕੋਈ ਪਰਛਾਵਾਂ ਸੀ। ਇਹੀ ਪਹਿਚਾਣ ਕੀਤੀ ਬੇਟਾ ਉਹਨਾਂ ਨੇ ਕਿ ਇਹ ਤਾਂ ਕੋਈ ਦੇਵਤਾ ਹੀ ਹੋ ਸਕਦਾ ਜਿਨ੍ਹਾਂ ਦੀਆਂ ਨਾ ਤਾਂ ਪਲਕਾਂ ਝਪਕਦੀਆਂ ਨੇ, ਨਾ ਹੀ ਕੋਈ ਪਰਛਾਵਾਂ ਹੈ, ਨਾ ਹੀ ਉਹਨਾਂ ਦੇ ਸਰੀਰ ਦੇ ਉੱਤੇ ਕੋਈ ਮੁੜਕੇ ਦੀ ਬੂੰਦ ਹੈ, ਅਤੇ ਨਾ ਹੀ ਉਹਨਾਂ ਦੇ ਪੈਰ ਨੇ ਜਿਹੜੇ ਉਹ ਧਰਤੀ ਨੂੰ ਛੂੰਹਦੇ ਨੇ। ਹਾਂਜੀ, ਅੱਗੇ ਹੈਗੇ ਆ ਦਮਯੰਤੀ ਨੇ ਵਰਮਾਲਾ ਨਲ ਦੇ ਗਲ ਵਿੱਚ ਪਾ ਦਿੱਤੀ। ਸਾਰਿਆਂ ਨੇ ਉਸ ਦੀ ਚੋਣ ਉੱਤੇ ਖੁਸ਼ੀ ਪ੍ਰਗਟ ਕੀਤੀ। ਦੇਵਤਿਆਂ ਨੇ ਵੀ ਆਸ਼ੀਰਵਾਦ ਦਿੱਤੇ। ਨਲ ਅਤੇ ਦਮਯੰਤੀ ਦੋਵੇਂ ਖੁਸ਼ੀ ਖੁਸ਼ੀ ਰਹਿਣ ਲੱਗੇ। ਉਹਨਾਂ ਦੇ ਘਰ ਇੱਕ ਲੜਕੇ ਅਤੇ ਇੱਕ ਲੜਕੀ ਨੇ ਜਨਮ ਲਿਆ। ਭਾਵ ਕਿ ਜਦੋਂ ਬੇਟਾ ਸਵੰਬਰ ਹੈ ਉਹ ਸੰਪੂਰਨ ਹੋ ਗਿਆ, ਉਸ ਤੋਂ ਬਾਅਦ ਸਾਰਿਆਂ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਸਵੰਬਰ ਤੋਂ ਬਾਅਦ ਉਹਨਾਂ ਦੇ ਘਰ 2 ਬੱਚਿਆਂ ਨੇ ਜਨਮ ਲਿਆ, ਇੱਕ ਲੜਕਾ ਅਤੇ ਇੱਕ ਲੜਕੀ ਨੇ। ਇਸ ਦੌਰਾਨ ਕਲਯੁਗ ਤੋਂ ਉਹਨਾਂ ਦੀ ਖੁਸ਼ੀ ਬਰਦਾਸ਼ਤ ਨਾ ਹੋਈ। ਉਸਨੇ ਰੰਗ ਵਿੱਚ ਭੰਗ ਪਾਉਣ ਦੀ ਸੋਚੀ
ਭਾਵ ਕਿ ਕਲਯੁਗ ਨੇ ਬੇਟਾ ਉਹਨਾਂ ਨੂੰ ਠੀਕ ਹੈ ਨਾ ਅਲੱਗ ਕਰਨ ਦੀ ਸੋਚੀ, ਉਹਨਾਂ ਦੀ ਖੁਸ਼ੀ ਨੂੰ ਠੀਕ ਹੈ ਨਾ ਗਮੀ ਦੇ ਵਿੱਚ ਬਦਲਣ ਦੀ ਸੋਚ ਲਈ। ਅੱਗੇ ਹੈਗੇ ਉਸਨੇ ਕਿਹਾ ਕਿ ਮੈਂ ਨਲ ਦੇ ਅੰਦਰ ਨਿਵਾਸ ਕਰਾਂਗਾ। ਕਲਯੁਗ ਨੇ ਕਿਹਾ ਕਿ ਮੈਂ ਨਲ ਦੇ ਅੰਦਰ ਨਿਵਾਸ ਕਰਾਂਗਾ ਅਤੇ ਆਪਣੀ ਚਾਲ ਚੱਲ ਕੇ ਉਸ ਨੂੰ ਰਾਜ ਭਾਗ ਤੋਂ ਵਾਂਝਾ ਕਰ ਦੇਵਾਂਗਾ। ਫਿਰ ਉਸ ਨੂੰ ਦਮਯੰਤੀ ਵੀ ਪਿਆਰ ਨਹੀਂ ਕਰ ਸਕੇਗੀ। ਭਾਵ ਕਿ ਬੇਟਾ ਜਦੋਂ ਉਸ ਦਾ ਰਾਜ ਭਾਗ ਖੁੱਸ ਗਿਆ ਤਾਂ ਦਮਯੰਤੀ ਵੀ ਉਸ ਤੋਂ ਦੂਰ ਚਲੀ ਜਾਵੇਗੀ। ਸਮਾਂ ਪਾ ਕੇ ਰਾਜਾ ਨਲ ਦੇ ਮਨ ਉੱਤੇ ਜੂਆ ਖੇਡਣ ਦਾ ਭੂਤ ਸਵਾਰ ਹੋਇਆ ਅਤੇ ਉਹ ਆਪਣੇ ਛੋਟੇ ਭਰਾ ਪੁਸ਼ਕਰ ਦੇ ਨਾਲ ਜੂਆ ਖੇਡਣ ਲੱਗ ਪਿਆ। ਸਮਾਂ ਪਾ ਕੇ ਜਦੋਂ ਕਲਯੁਗ ਉਹਦੇ ਮਨ ਦੇ ਉੱਤੇ ਸਵਾਰ ਹੋ ਗਿਆ ਬੇਟਾ ਰਾਜਾ ਨਲ ਦੇ, ਤਾਂ ਰਾਜਾ ਨਲ ਕੀ ਆਪਣੇ ਭਰਾ ਪੁਸ਼ਕਰ ਦੇ ਨਾਲ ਜੂਆ ਖੇਡਣ ਦੇ ਲਈ ਤਿਆਰ ਹੋ ਗਿਆ। ਕਲਯੁਗ ਦੇ ਪ੍ਰਭਾਵ ਸਦਕਾ ਨਲ ਜੂਏ ਵਿੱਚ ਹਾਰਦਾ ਚਲਾ ਗਿਆ ਅਤੇ ਪੁਸ਼ਕਰ ਜਿੱਤਦਾ ਚਲਾ ਗਿਆ। ਜੂਏ ਦੇ ਵਿੱਚ ਰੋਜ਼ਾਨਾ ਹੀ ਜਿਹੜਾ ਰਾਜਾ ਨਲ ਹੈ ਉਹ ਹਾਰ ਜਾਂਦਾ ਅਤੇ ਪੁਸ਼ਕਰ ਹੈ ਜਿਹੜਾ ਉਹ ਕੋਈ ਨਾ ਕੋਈ ਚੀਜ਼ ਉਸ ਤੋਂ ਜਿੱਤ ਜਾਂਦਾ। ਜਦੋਂ ਦਮਯੰਤੀ ਨੂੰ ਇਸ ਭਾਣੇ ਦਾ ਪਤਾ ਲੱਗਾ ਤਾਂ ਉਸਨੇ ਨਲ ਨੂੰ ਹੋਰ ਜੂਆ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਨਲ ਦੇ ਮਨ ਦੀ ਹਾਲਤ ਅਜਿਹੀ ਸੀ ਕਿ ਇਸ ਸਮੇਂ ਉਸ ਨੂੰ ਕਿਸੇ ਦੀ ਸਲਾਹ ਸੁਣਨ ਨੂੰ ਨਹੀਂ ਸੀ ਚੰਗੀ ਲੱਗਦੀ। ਇਸ ਸਮੇਂ ਉਸ ਨੂੰ ਕਿਸੇ ਦੀ ਵੀ ਜਿਹੜੀ ਸਲਾਹ ਹੈ ਬੇਟਾ ਉਹ ਚੰਗੀ ਨਹੀਂ ਲੱਗ ਰਹੀ ਸੀ। ਕਿਉਂਕਿ ਉਹਦੇ ਮਨ ਦੇ ਉੱਤੇ ਕਿਹਦਾ ਪ੍ਰਭਾਵ ਸੀਗਾ? ਕਲਯੁਗ ਦਾ, ਜਿਸ ਕਰਕੇ ਉਹਦੀ ਮਨ ਦੀ ਹਾਲਤ ਜਿਹੜੀ ਬਹੁਤ ਜ਼ਿਆਦਾ ਖਰਾਬ ਹੋਈ ਸੀ। ਦਮਯੰਤੀ ਨੇ ਆਉਣ ਵਾਲੇ ਮਾੜੇ ਸਮੇਂ ਦਾ ਅਨੁਮਾਨ ਕਰਕੇ ਆਪਣੇ ਦੋਵੇਂ ਬੱਚੇ ਆਪਣੇ ਪਿਤਾ ਕੋਲ ਭੇਜ ਦਿੱਤੇ। ਹੁਣ ਨਲ ਆਪਣਾ ਸਭ ਕੁਝ ਜੂਏ ਵਿੱਚ ਹਾਰ ਚੁੱਕਾ ਸੀ। ਦਮਯੰਤੀ ਨੇ ਬੇਟਾ ਅੰਦਾਜ਼ਾ ਲਗਾ ਲਿਆ ਕਿ ਭਵਿੱਖ ਦੇ ਵਿੱਚ ਸਾਡੀ ਜਿਹੜੀ ਹਾਲਤ ਹੈ, ਸਾਡੇ ਪਰਿਵਾਰ ਦੀ ਜਿਹੜੀ ਹਾਲਤ ਹੈ ਉਹ ਮਾੜੀ ਹੋ ਸਕਦੀ ਹੈ। ਇਸ ਕਰਕੇ ਉਹਨੇ ਆਪਣੇ ਜਿਹੜੇ ਦੋਵੇਂ ਬੱਚੇ ਸੀ, ਲੜਕਾ ਅਤੇ ਲੜਕੀ, ਆਪਣੇ ਪਿਤਾ ਕੋਲ ਆਪਣੇ ਪੇਕੇ ਘਰ ਭੇਜ ਦਿੱਤੇ। ਅਤੇ ਹੁਣ ਰਾਜਾ ਨਲ ਸੀ ਜਿਹੜਾ ਸਭ ਕੁਛ ਜੂਏ ਦੇ ਵਿੱਚ ਹਾਰ ਚੁੱਕਿਆ ਸੀ। ਉਹਦੇ ਕੋਲ ਆਪਣੇ ਔਰ ਦਮਯੰਤੀ ਤੋਂ ਬਿਨਾਂ ਕੁਛ ਨਹੀਂ ਸੀ। ਬਸ ਉਹ ਆਪ ਸੀ ਅਤੇ ਇੱਕ ਦਮਯੰਤੀ ਸੀ। ਦੋਹਾਂ ਕੋਲ ਇੱਕ ਇੱਕ ਵਸਤਰ ਸੀ, ਭਾਵ ਕਿ ਜੋ ਪਹਿਨੇ ਹੋਏ ਕੱਪੜੇ ਸੀ ਬੇਟਾ ਉਹੀ ਸੀਗੇ। ਉਸ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਵੀ ਜਵਾ ਪੂੰਜੀ ਹੈ ਜਿਹੜੀ ਉਹ ਨਹੀਂ ਰਹੀ। ਪੁਸ਼ਕਰ ਨੇ ਨਲ ਦਾ ਰਾਜ ਜਿੱਤਣ ਪਿੱਛੋਂ ਜਨਤਾ ਨੂੰ ਹੁਕਮ ਕਰ ਦਿੱਤਾ ਕਿ ਨਲ ਅਤੇ ਦਮਯੰਤੀ ਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਨਾ ਦਿੱਤੀ ਜਾਵੇ, ਇੱਥੋਂ ਤੱਕ ਕਿ ਅੰਨ ਪਾਣੀ ਵੀ ਨਾ ਦਿੱਤਾ ਜਾਵੇ। ਪੁਸ਼ਕਰ ਸੀ ਜਿਹੜਾ ਬਹੁਤ ਹੰਕਾਰੀ ਰਾਜਾ ਸੀ, ਉਸ ਨੇ ਆਪਣੀ ਪ੍ਰਜਾ ਨੂੰ ਹੁਕਮ ਦਿੱਤਾ ਕਿ ਕਿਸੇ ਨੇ ਵੀ ਰਾਜਾ ਨਲ ਅਤੇ ਦਮਯੰਤੀ ਦੀ ਕਿਸੇ ਵੀ ਪੱਖ ਤੋਂ ਜਿਹੜੀ ਸਹਾਇਤਾ ਉਹ ਨਹੀਂ ਕਰਨੀ। ਨਲ ਆਪਣਾ ਰਾਜ ਛੱਡ ਕੇ ਜੰਗਲ ਜਾਣ ਲਈ ਤੁਰ ਪਿਆ ਤਾਂ ਦਮਯੰਤੀ ਵੀ ਉਸ ਨਾਲ ਤੁਰ ਪਈ। ਨਲ ਨੇ ਉਸ ਨੂੰ ਆਪਣੇ ਨਾਲ ਆਉਣ ਤੋਂ ਰੋਕਦਿਆਂ ਕਿਹਾ ਕਿ ਉਹ ਆਪਣੇ ਪਿਤਾ ਕੋਲ ਚਲੀ ਜਾਵੇ। ਜੰਗਲ ਵਿੱਚ ਰਹਿਣਾ ਬੜਾ ਕਠਿਨ ਹੋਵੇਗਾ, ਭਾਵ ਕਿ ਜੰਗਲ ਦੀ ਜ਼ਿੰਦਗੀ ਜਿਹੜੀ ਬਹੁਤ ਹੀ ਦੁੱਖਾਂ ਭਰੀ ਹੋਵੇਗੀ। ਆਉਣ ਵਾਲੇ ਸਮੇਂ ਦੇ ਵਿੱਚ ਦੁੱਖ ਨੇ ਜਿਹੜੇ ਉਹ ਸਾਡੇ ਰਸਤੇ ਦੇ ਵਿੱਚ ਹੋਰ ਵੀ ਜ਼ਿਆਦਾ ਹੋਣਗੇ। ਰਸਤੇ ਵਿੱਚ ਅਨੇਕਾਂ ਔਂਕੜਾਂ ਆਉਣਗੀਆਂ, ਇਸੇ ਲਈ ਚੰਗਾ ਹੋਵੇਗਾ ਕਿ ਉਹ ਇਸ ਔਂਕੜ ਦੀ ਘੜੀ ਆਪਣੇ ਪਿਤਾ ਕੋਲ ਜਾ ਕੇ ਰਹੇ। ਅੱਗੋਂ ਦਮਯੰਤੀ ਨੇ ਕਿਹਾ ਕਿ ਉਹਨਾਂ ਦੋਹਾਂ ਨੇ ਵਿਆਹ ਸਮੇਂ ਦੁੱਖ ਸੁੱਖ ਵਿੱਚ ਇਕੱਠਿਆਂ ਰਹਿਣ ਦਾ ਪਰਣ ਲਿਆ ਸੀ, ਭਾਵ ਕਿ ਵਾਅਦਾ ਕੀਤਾ ਸੀ ਕਿ ਦੁੱਖ ਸੁੱਖ ਦੇ ਵਿੱਚ ਅਸੀਂ ਚੰਗਾ ਮਾੜਾ ਸਮਾਂ ਜਿਹੜਾ ਹੱਸ ਕੇ ਇਕੱਠੇ ਹੀ ਕੱਟਾਂਗੇ। ਇਸ ਕਰਕੇ ਦਮਯੰਤੀ ਨੇ ਫੈਸਲਾ ਕੀਤਾ ਕਿ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ, ਸਿਰਫ ਔਰ ਸਿਰਫ ਤੁਹਾਡੇ ਨਾਲ ਹੀ ਰਹਾਂਗੀ, ਚਾਹੇ ਉਹ ਦੁੱਖ ਦੀ ਘੜੀ ਹੋਵੇ ਅਤੇ ਚਾਹੇ ਸੁੱਖ ਦੀ। ਇਸ ਲਈ ਉਹ ਹਰ ਹਾਲ ਨਲ ਦੇ ਨਾਲ ਹੀ ਰਹੇਗੀ। ਉਹ ਕਦੇ ਵੀ ਆਪਣੇ ਪਤੀ ਨਲ ਤੋਂ ਜੁਦਾਈ ਬਰਦਾਸ਼ਤ ਨਹੀਂ ਕਰ ਸਕੇਗੀ। ਅੰਤ ਉਹ ਦੋਵੇਂ ਜੰਗਲ ਨੂੰ ਤੁਰ ਪਏ। ਅਖੀਰ ਦੇ ਵਿੱਚ ਬੇਟਾ ਉਹਨਾਂ ਨੇ ਜਦੋਂ ਦਮਯੰਤੀ ਨੇ ਆਪਣੀ ਜਿੱਦ ਨਾ ਛੱਡੀ, ਆਪਣਾ ਫੈਸਲਾ ਨਾ ਬਦਲਿਆ, ਤਾਂ ਉਹ ਕੀ ਹੈ ਦੋਨੋਂ ਜੰਗਲ ਵੱਲ ਤੁਰ ਪੈਂਦੇ ਨੇ। ਨਲ ਅਤੇ ਦਮਯੰਤੀ ਕਈ ਦਿਨਾਂ ਤੋਂ ਭੁੱਖੇ ਭਾਣੇ ਰਹੇ। ਸਫ਼ਰ ਦੀ ਥਕਾਵਟ ਨੇ ਉਹਨਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ। ਇੱਕ ਸ਼ਾਮ ਉਹ ਇੱਕ ਧਰਮਸ਼ਾਲਾ ਦੇ ਨੇੜੇ ਠਹਿਰੇ ਹੋਏ ਸਨ। ਬਹੁਤ ਜ਼ਿਆਦਾ ਥਕਾਵਟ ਕਾਰਨ ਦਮਯੰਤੀ ਘੂਕ ਸੌ ਗਈ। ਦਮਯੰਤੀ ਸੀ ਬੇਟਾ ਥਕਾਵਟ ਦੇ ਕਾਰਨ, ਦੂਸਰਾ ਭੁੱਖ ਦੇ ਕਾਰਨ ਉਹਨੂੰ ਜਿਹੜੀ ਨੀਂਦ ਹੈ ਉਹ ਆ ਗਈ, ਘੂਕ ਸੌ ਗਈ। ਪਰ ਚਿੰਤਾ ਕਰਕੇ ਰਾਜੇ ਨਲ ਨੂੰ ਨੀਂਦ ਨਾ ਆਈ। ਰਾਜੇ ਨਲ ਨੂੰ ਨੀਂਦ ਨਹੀਂ ਆ ਰਹੀ ਸੀ। ਰਾਜਾ ਨਲ ਸੀ ਜਿਹੜਾ ਉਹ ਸੋਚਣ ਲੱਗਾ ਕਿ ਉਸ ਨਾਲ ਰਹਿੰਦਿਆਂ ਦਮਯੰਤੀ ਨੂੰ ਪਤਾ ਨਹੀਂ
ਹੋਰ ਕਿਹੜੇ-ਕਿਹੜੇ ਦੁੱਖ ਝੱਲਣੇ ਪੈਣਗੇ। ਨਾਲ ਹੀ ਉਸਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਜੇ ਉਹ ਦਮਯੰਤੀ ਨੂੰ ਸੁੱਤੀ ਪਈ ਨੂੰ ਛੱਡ ਕੇ ਗਿਆ ਤਾਂ ਉਹ ਉਸ ਨੂੰ ਬੇਵਫਾ ਸਮਝੇਗੀ। ਬੇਟਾ ਇੱਕ ਵਾਰ ਉਹਦੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਰਾਜੇ ਨਲ ਦੇ ਕਿ ਉਹ ਦਮਯੰਤੀ ਨੂੰ ਇੱਥੇ ਸੁੱਤਿਆਂ ਪਿਆ ਹੀ ਛੱਡ ਕੇ ਅੱਗੇ ਚਲਾ ਜਾਵੇ, ਪਰ ਦੂਸਰੇ ਪਲ ਹੀ ਉਹਦਾ ਵਿਚਾਰ ਹੈ ਜਿਹੜਾ ਬਦਲ ਜਾਂਦਾ ਹੈ ਕਿ ਜੇ ਮੈਂ ਇਸ ਤਰ੍ਹਾਂ ਦਾ ਕੀਤਾ ਤਾਂ ਕੀ ਹੈ, ਉਹ ਮੈਨੂੰ ਬੇਵਫਾ ਸਮਝੇਗੀ, ਭਾਵ ਕਿ ਮੈਂ ਉਹਦੇ ਨਾਲ ਦਗਾ ਕਮਾਈ ਹੈ, ਮੈਨੂੰ ਸੁੱਤੀ ਪਈ ਨੂੰ ਛੱਡ ਗਿਆ। ਕਾਫੀ ਕਸ਼ਮਕਸ਼ ਤੋਂ ਪਿੱਛੋਂ ਨਲ ਨੇ ਦਮਯੰਤੀ ਨੂੰ ਸੁੱਤੀ ਪਈ ਨੂੰ ਛੱਡ ਕੇ ਇਕੱਲੇ ਤੁਰ ਜਾਣਾ ਬਿਹਤਰ ਸਮਝਿਆ। ਕਾਫੀ ਕਸ਼ਮਕਸ਼ ਤੋਂ ਬਾਅਦ ਬੇਟਾ ਕਾਫੀ ਆਪਣੇ ਮਨ ਦੇ ਵਿੱਚ ਸੋਚਣ ਵਿਚਾਰਨ ਤੋਂ ਬਾਅਦ ਰਾਜਾ ਨਲ ਹੈ ਜਿਹੜਾ ਉੱਥੇ ਦਮਯੰਤੀ ਨੂੰ ਸੁੱਤਿਆਂ ਪਿਆ ਹੀ ਛੱਡ ਕੇ ਅੱਗੇ ਜੰਗਲ ਵੱਲ ਤੁਰ ਪੈਂਦਾ ਹੈ। ਸਵੇਰ ਹੋਣ 'ਤੇ ਜਦੋਂ ਦਮਯੰਤੀ ਦੀ ਜਾਗ ਖੁੱਲ੍ਹੀ ਤਾਂ ਉਹ ਆਪਣੇ ਨਾਲ ਰਾਜਾ ਨਲ ਨੂੰ ਨਾ ਵੇਖ ਕੇ ਉਸ ਦਾ ਮਨ ਤਰਾਟ ਹੋ ਗਿਆ, ਭਾਵ ਕਿ ਉਹਦਾ ਮਨ ਬਹੁਤ ਜ਼ਿਆਦਾ ਦੁਖੀ ਹੋ ਗਿਆ। ਉਸ ਨੇ ਸੋਚਿਆ ਵੀ ਪਤਾ ਨਹੀਂ ਰਾਜਾ ਨਲ ਉਹ ਕਿੱਧਰ ਚਲਾ ਗਿਆ। ਉਹ ਬਾਵਲੀ ਹੋਈ ਉਸ ਨੂੰ ਢੂੰਡਣ ਲਈ ਜੰਗਲ ਵੱਲ ਨੂੰ ਤੁਰ ਪਈ। ਉਹ ਅੰਤਾਂ ਦਾ ਵਿਰਲਾਪ ਕਰਦੀ ਹੋਈ, ਕਦੇ ਰਾਜੇ ਨਲ ਨੂੰ ਪੁਕਾਰਦੀ ਹੋਈ, ਕਦੇ ਉੱਚੀ ਉੱਚੀ ਬੋਲ ਕੇ ਰਾਜਾ ਨਲ ਬਾਰੇ ਪੁੱਛਦੀ ਅਤੇ ਕਦੇ ਆਪਣੇ ਆਪ ਨੂੰ ਕੋਸਦੀ, ਭਾਵ ਕਿ ਜੇ ਮੈਂ ਨਾ ਸੌਂਦੀ ਤਾਂ ਰਾਜਾ ਨਲ ਮੈਨੂੰ ਛੱਡ ਕੇ ਨਾ ਜਾਂਦਾ। ਕਾਫੀ ਕੁਝ ਉਹਦੇ ਮਨ ਦੇ ਵਿੱਚ ਜਿਹੜੇ ਵਿਚਾਰ ਨੇ ਉਹ ਉਲਟ ਪੁਲਟ ਕੇ ਆ ਰਹੇ ਨੇ। ਅੱਗੇ ਹੈਗੇ ਜੀ, ਰਸਤੇ ਵਿੱਚ ਦਮਯੰਤੀ ਨੂੰ ਇੱਕ ਅਜਗਰ ਮਿਲਿਆ। ਰਸਤੇ ਦੇ ਵਿੱਚ ਜੰਗਲੀ ਰਸਤਾ ਹੈ, ਉੱਥੇ ਇੱਕ ਵੱਡਾ ਅਜਗਰ ਸੱਪ ਹੈ ਜਿਹੜਾ ਉਹ ਮਿਲਿਆ। ਉਸਨੇ ਦਮਯੰਤੀ ਨੂੰ ਪੈਰਾਂ ਵੱਲੋਂ ਨਿਗਲਣਾ ਸ਼ੁਰੂ ਕਰ ਲਿਆ। ਉਸੇ ਸਮੇਂ ਇੱਕ ਸ਼ਿਕਾਰੀ ਆਇਆ ਜਿਸ ਨੇ ਤਲਵਾਰ ਨਾਲ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾਈ। ਇੱਕ ਸ਼ਿਕਾਰੀ ਉਸੇ ਸਮੇਂ ਉਸੇ ਘੜੀ ਪਹੁੰਚ ਜਾਂਦਾ ਬੇਟਾ ਜਿੱਥੇ ਇੱਕ ਅਜਗਰ ਹੈ ਜਿਹੜਾ ਦਮਯੰਤੀ ਨੂੰ ਨਿਗਲਣਾ ਸ਼ੁਰੂ ਕਰ ਦਿੰਦਾ, ਤਾਂ ਤਲਵਾਰ ਦੇ ਨਾਲ ਸ਼ਿਕਾਰੀ ਉਸ ਦਾ ਵੱਧ ਕਰ ਦਿੰਦਾ ਅਤੇ ਉਹਦੀ ਜਾਨ ਹੈ ਜਿਹੜੀ ਉਹ ਬਚਾਈ ਜਾਂਦੀ ਹੈ। ਦਮਯੰਤੀ ਦੀ ਬਿਪਤਾ ਇੱਥੇ ਹੀ ਨਾ ਮੁੱਕੀ। ਜਿਹੜੇ ਸ਼ਿਕਾਰੀ ਨੇ ਉਸ ਦੀ ਜਾਨ ਬਚਾਈ ਸੀ ਉਸ ਦੇ ਮਨ ਵਿੱਚ ਦਮਯੰਤੀ ਪ੍ਰਤੀ ਮੰਦ ਭਾਵਨਾ ਆ ਗਈ, ਭਾਵ ਕਿ ਉਹ ਇਕੱਲੀ ਔਰਤ ਨੂੰ ਦੇਖ ਕੇ ਉਹਦੇ ਮਨ ਦੀ ਜਿਹੜੀ ਭਾਵਨਾ ਉਹ ਵਿਗੜ ਗਈ। ਉਹਦੇ ਮਨ ਦੇ ਵਿੱਚ ਗੰਦੇ ਵਿਚਾਰ ਪੈਦਾ ਹੋਣ ਲੱਗੇ। ਪਰ ਉੱਚੇ ਆਚਰਨ ਵਾਲੀ ਦਮਯੰਤੀ ਵਿੱਚ ਇੱਕ ਅਥਾਹ ਸ਼ਕਤੀ ਪੈਦਾ ਹੋ ਗਈ। ਉਸਨੇ ਸ਼ਿਕਾਰੀ ਨੂੰ ਮਾਰ ਮੁਕਾਇਆ। ਉਹਨੇ ਸ਼ਿਕਾਰੀ ਦੀ ਰਾਮਲੀਲਾ ਹੀ ਖਤਮ ਕਰ ਦਿੱਤੀ, ਭਾਵ ਕਿ ਉਹਦੇ ਵਿੱਚ ਅਥਾਹ ਸ਼ਕਤੀ ਪੈਦਾ ਹੋ ਗਈ। ਉਸਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਸ਼ਿਕਾਰੀ ਦਾ ਵਧ ਕਰ ਦਿੱਤਾ। ਰਾਜਾ ਨਲ ਦੀ ਭਾਲ ਵਿੱਚ ਦਮਯੰਤੀ ਰੋਂਦੀ ਕਰਲਾਉਂਦੀ ਜੰਗਲ ਵਿੱਚ ਭਟਕਦੀ ਰਹੀ। ਉਸ ਦੇ ਮਨ ਦੀ ਹਾਲਤ ਅਜਿਹੀ ਹੋ ਗਈ ਕਿ ਉਹ ਜੰਗਲ ਦੇ ਬਿਰਛਾਂ ਬੂਟਿਆਂ ਅਤੇ ਪਰਬਤਾਂ ਅੱਗੇ ਪੁਕਾਰ ਕੇ ਰਾਜਾ ਨਲ ਬਾਰੇ ਪੁੱਛਦੀ। ਜੰਗਲ ਵਿੱਚ ਉਸ ਨੂੰ ਕਈ ਰਿਸ਼ੀ ਮੁਨੀ ਮਿਲੇ ਜਿਨ੍ਹਾਂ ਨੇ ਉਸ ਦਾ ਹਾਲ ਸੁਣ ਕੇ ਉਸ ਦਾ ਧੀਰਜ ਬਣਾਉਣ ਦੀ ਕੋਸ਼ਿਸ਼ ਕੀਤੀ। ਫਿਰ ਇੱਕ ਕਾਫਲੇ ਨਾਲ ਉਹ ਚੇਦੀ ਰਾਜ ਦੀ ਰਾਜਧਾਨੀ ਪਹੁੰਚ ਗਈ। ਚੇਦੀ ਰਾਜ ਦੀ ਰਾਜਧਾਨੀ ਬੇਟਾ ਠੀਕ ਹੈ ਨਾ, ਪਹੁੰਚ ਗਈ ਸੀਗੀ, ਜਿੱਥੇ ਦੀ ਰਾਜਮਾਤਾ ਦਮਯੰਤੀ ਦੀ ਮਾਸੀ ਸੀ। ਚੇਦੀ ਰਾਜ ਦੀ ਰਾਜਧਾਨੀ ਦੀ ਰਾਜਮਾਤਾ ਕੌਣ ਸੀ ਬੇਟਾ? ਦਮਯੰਤੀ ਦੀ ਮਾਸੀ ਸੀ, ਜਿਹੜੀ ਕਿ ਰਾਜ ਕਰਦੀ ਸੀ ਚੇਦੀ ਰਾਜ 'ਤੇ। ਇੱਥੋਂ ਦੀ ਰਾਜਮਾਤਾ ਦਮਯੰਤੀ ਦੀ ਮਾਸੀ ਸੀ। ਉਸ ਨੇ ਦਮਯੰਤੀ ਨੂੰ ਅਪਣੱਤ ਅਤੇ ਪਿਆਰ ਨਾਲ ਆਪਣੇ ਕੋਲ ਰੱਖਿਆ, ਭਾਵ ਕਿ ਉਹਦੀ ਦੇਖਭਾਲ ਕੀਤੀ ਬੇਟਾ, ਉਹਨੂੰ ਨਵੇਂ ਵਸਤਰ ਦੇ ਕੇ ਹੈ ਨਾ, ਖਾਣਾ ਵਗੈਰਾ ਖਵਾ ਕੇ ਉਹਦੀ ਹਾਲਤ ਜਿਹੜੀ ਕਾਫੀ ਹੱਦ ਤੱਕ ਠੀਕ ਕੀਤੀ। ਕੁਝ ਦਿਨਾਂ ਪਿੱਛੋਂ ਰਾਜਮਾਤਾ ਨੇ ਦਮਯੰਤੀ ਨੂੰ ਉਸਦੇ ਪਿਤਾ ਕੋਲ ਪਹੁੰਚਾ ਦਿੱਤਾ। ਦਮਯੰਤੀ ਦੇ ਪਿਤਾ ਨੇ ਆਪਣੇ ਰਾਜ ਦਰਬਾਰ ਦੇ ਬ੍ਰਾਹਮਣ ਰਾਜਾ ਨਲ ਦੀ ਭਾਲ ਵਿੱਚ 4 ਛਪੇਰੇ ਤੋਰ ਦਿੱਤੇ। ਜਦੋਂ ਬੇਟਾ ਉਹਦੀ ਮਾਸੀ ਉਹਨੂੰ ਆਪਣੇ ਪਿਤਾ ਦੇ ਕੋਲ ਪਹੁੰਚਾ ਦਿੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਦਮਯੰਤੀ ਹੈ ਆਪਣੇ ਪਿਤਾ ਨੂੰ ਆਪਣੀ ਸਾਰੀ ਜਿਹੜੀ ਦੁੱਖ ਭਰੀ ਕਹਾਣੀ ਹੈ ਉਹਨਾਂ ਦੇ ਨਾਲ ਕੀ ਹੋਇਆ ਅਤੇ ਉਹ ਜੂਏ ਦੇ ਵਿੱਚ ਕਿਸ ਤਰ੍ਹਾਂ ਹਾਰੇ, ਸਾਰੀ ਗੱਲਬਾਤ ਉਹਨੂੰ ਦੱਸਦੀ ਹੈ। ਤਾਂ ਉਸ ਤੋਂ ਬਾਅਦ ਜਿਹੜਾ ਦਮਯੰਤੀ ਦਾ ਪਿਤਾ ਹੈ ਠੀਕ ਹੈ ਜੀ, ਉਹ ਆਪਣੇ ਰਾਜ ਦੇ ਜਿਹੜੇ ਬ੍ਰਾਹਮਣ ਨੇ ਉਹਨਾਂ ਨੂੰ ਰਾਜੇ ਨਲ ਦੀ ਭਾਲ ਦੇ ਵਿੱਚ ਲਗਾ ਦਿੰਦਾ ਹੈ। ਹਾਂਜੀ ਅੱਗੇ ਦੇਖਦੇ ਹਾਂ। ਉੱਧਰ ਰਾਜਾ ਨਲ ਅਨੇਕਾਂ ਤਰ੍ਹਾਂ ਦੇ ਕਸ਼ਟ ਝੱਲਦਾ ਹੋਇਆ ਰਾਜਾ ਰਿਤੂਪਰਨ ਕੋਲ ਚਲਾ ਗਿਆ। ਹਾਂਜੀ ਜਿਹੜਾ ਰਾਜਾ ਨਲ ਸੀ ਉਹ ਕਿੱਥੇ ਪਹੁੰਚ ਗਿਆ ਬੇਟਾ? ਰਾਜਾ ਰਿਤੂਪਰਨ ਦੇ ਦਰਬਾਰ ਦੇ ਵਿੱਚ ਪਹੁੰਚ ਜਾਂਦਾ ਹੈ। ਇੱਥੇ ਉਹ ਘੋੜੇ ਹਿੱਕਣ ਦਾ ਮਾਹਰ ਹੋਣ ਕਰਕੇ ਭੇਸ ਬਦਲ ਕੇ ਘੋੜਿਆਂ ਦੇ ਵਾਹਕ ਵਜੋਂ ਨੌਕਰੀ ਕਰਨ ਲੱਗਾ। ਇੱਥੇ ਬੇਟਾ ਉਹ ਕੀ ਹੈ?
ਘੋੜਿਆਂ ਦੇ ਵਾਹਕ ਵਜੋਂ ਨੌਕਰੀ ਕਰਨ ਲੱਗ ਪਿਆ, ਕਿਉਂਕਿ ਉਹ ਘੋੜੇ ਦੌੜਾਉਣ ਦੇ ਵਿੱਚ ਬਹੁਤ ਜ਼ਿਆਦਾ ਮਾਹਿਰ ਸੀਗਾ, ਬਹੁਤ ਜ਼ਿਆਦਾ ਐਕਸਪਰਟ ਸੀ। ਇਸ ਕਰਕੇ ਉਹਨੂੰ ਘੋੜਿਆਂ ਦੇ ਵਾਹਕ ਵਜੋਂ ਨੌਕਰੀ ਮਿਲ ਗਈ। ਉਂਝ ਉਸ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ, ਕਿਉਂਕਿ ਭੁੱਖ ਅਤੇ ਦੁੱਖਾਂ ਤਕਲੀਫਾਂ ਦੇ ਕਾਰਨ ਉਹਦੀ ਹਾਲਤ ਜਿਹੜੀ ਬਹੁਤ ਜ਼ਿਆਦਾ ਗੰਭੀਰ ਹੋ ਚੁੱਕੀ ਸੀ। ਉਸ ਦਾ ਖੂਬਸੂਰਤ ਸਰੀਰ ਬੇਪਛਾਣ ਹੋ ਗਿਆ ਸੀ। ਇਸੇ ਦੌਰਾਨ ਰਾਜਾ ਭੀਮ ਦਾ ਇੱਕ ਬ੍ਰਾਹਮਣ ਰਾਜਾ ਰਿਤੂਪਰਨ ਕੋਲ ਆਇਆ। ਰਾਜਾ ਨਲ, ਜੋ ਕਿ ਉੱਥੇ ਘੋੜਿਆਂ ਦੇ ਵਾਹਕ ਵਜੋਂ ਵਾਹਕ ਦੇ ਭੇਸ ਵਿੱਚ ਰਹਿੰਦਾ ਸੀ, ਭਾਵ ਕਿ ਘੋੜਿਆਂ ਦੇ ਵਾਹਕ ਦੀ ਇੱਕ ਨੌਕਰੀ ਕਰਦਾ ਸੀ ਬੇਟਾ, ਉਹਦੇ ਭੇਸ ਦੇ ਵਿੱਚ ਉੱਥੇ ਰਹਿ ਰਿਹਾ ਸੀਗਾ ਰਾਜਾ ਰਿਤੂਪਰਨ ਦੇ ਦਰਬਾਰ ਵਿੱਚ। ਨਾਲ ਗੱਲਬਾਤ ਕਰਦਿਆਂ ਉਸ ਬ੍ਰਾਹਮਣ ਨੂੰ ਸ਼ੱਕ ਪੈ ਗਿਆ ਕਿ ਇਹ ਰਾਜਾ ਨਲ ਹੈ। ਜਿਹੜਾ ਬੇਟਾ ਬ੍ਰਾਹਮਣ ਸੀ ਉਹ ਭਾਲ ਕਰਦਾ ਰਾਜਾ ਰਿਤੂਪਰਨ ਦੇ ਦਰਬਾਰ ਦੇ ਵਿੱਚ ਪਹੁੰਚਦਾ ਹੈ। ਉੱਥੇ ਉਹਨੂੰ ਸ਼ੱਕ ਪੈ ਜਾਂਦਾ ਹੈ ਵੀ ਇਹ ਕੌਣ ਹੈ, ਰਾਜਾ ਨਲ ਹੈ। ਜਦੋਂ ਉਹ ਉਹਦੇ ਨਾਲ ਗੱਲਾਂ ਬਾਤਾਂ ਕਰਦਾ, ਵੈਸੇ ਤਾਂ ਉਹ ਘੋੜਿਆਂ ਦੇ ਵਾਹਕ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹੈ, ਘੋੜਿਆਂ ਦਾ ਵਾਹਕ ਕੌਣ ਸੀਗਾ ਬੇਟਾ, ਰਾਜਾ ਨਲ, ਜਿਸ ਕਰਕੇ ਉਹਨੂੰ ਸ਼ੱਕ ਪੈ ਜਾਂਦਾ ਹੈ ਕਿ ਇਹ ਤਾਂ ਉਹੀ ਹੈ। ਉਸਨੇ ਵਾਪਸ ਜਾ ਕੇ ਉਸ ਦਾ ਹੋਲੀਆ ਦਮਯੰਤੀ ਨੂੰ ਦੱਸ ਦਿੱਤਾ। ਦਮਯੰਤੀ ਨੇ ਰਾਜਾ ਨਲ ਨੂੰ ਮੁੜ ਮਿਲਣ ਲਈ ਅਤੇ ਉਸ ਦੇ ਰਾਜਾ ਨਲ ਹੋਣ ਬਾਰੇ ਪੂਰੀ ਤਸੱਲੀ ਕਰਨ ਲਈ ਸਵੰਬਰ ਦਾ ਐਲਾਨ ਕੀਤਾ। ਬੇਟਾ ਹੁਣ ਰਾਜਾ ਨਲ ਸੀਗਾ ਜਿਹੜਾ, ਉਹਦਾ ਪੱਕਾ ਪਤਾ ਲਗਾਉਣ ਦੇ ਲਈ, ਵੀ ਉਹ ਰਾਜਾ ਨਲ ਹੈ ਜਾਂ ਕੋਈ ਹੋਰ ਵਿਅਕਤੀ ਹੈ, ਇਹਦੇ ਬਾਰੇ ਪਤਾ ਲਗਾਉਣ ਦੇ ਲਈ ਦਮਯੰਤੀ ਨੇ ਇੱਕ ਪਲਾਨ ਸੋਚਿਆ ਕਿ ਹੁਣ ਮੈਂ ਦੁਬਾਰਾ ਸਵੰਬਰ ਹੈ ਜਿਹੜਾ ਉਹ ਫਿਰ ਰਚਾਵਾਂਗੀ, ਕਿ ਜੇ ਤਾਂ ਰਾਜਾ ਨਲ ਹੋਇਆ ਤਾਂ ਉਹ ਬਹੁਤ ਜਲਦੀ ਥੋੜ੍ਹੇ ਸਮੇਂ ਦੇ ਵਿੱਚ ਇੱਥੇ ਪਹੁੰਚ ਸਕਦਾ ਹੈ। ਜੇ ਉਹ ਰਾਜਾ ਨਲ ਨਾ ਹੋਇਆ ਤਾਂ ਉਹ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਉਹ ਨਹੀਂ ਪਹੁੰਚੇਗਾ। ਇਸ ਲਈ ਉਹਨੇ ਸਵੰਬਰ ਦਾ ਸਮਾਂ ਜਿਹੜਾ ਉਹ ਬਹੁਤ ਘੱਟ ਰੱਖ ਦਿੱਤਾ, ਜਿਸ ਕਰਕੇ ਉਹ ਆਪਣਾ ਪਲਾਨ ਹੈ ਜਿਹੜਾ ਉਹ ਰੱਖਦੀ ਹੈ। ਇਸ ਸਵੰਬਰ ਵਿੱਚ ਪਹੁੰਚਣ ਲਈ ਕੇਵਲ 1 ਦਿਨ ਦਾ ਸਮਾਂ ਦਿੱਤਾ ਗਿਆ ਸੀ। ਜਿਹੜਾ ਸਵੰਬਰ ਰੱਖਿਆ ਬੇਟਾ ਉਸ ਦੇ ਵਿੱਚ ਪਹੁੰਚਣ ਦੇ ਲਈ ਸਿਰਫ 1 ਦਿਨ ਦਾ ਸਮਾਂ ਜਿਹੜਾ ਉਹ ਰੱਖਿਆ ਗਿਆ। ਇਸ ਨੇ ਸਵੰਬਰ ਦਾ ਸੁਨੇਹਾ ਕੇਵਲ ਰਾਜਾ ਰਿਤੂਪਰਨ ਨੂੰ ਹੀ ਭੇਜਿਆ। ਜਿਹੜਾ ਸਵੰਬਰ ਰਚਾਉਣ ਦਾ ਸੁਨੇਹਾ ਸੀ ਬੇਟਾ, ਜਿਹਦਾ ਦੁਬਾਰਾ ਸਵੰਬਰ ਰਚਾਇਆ ਗਿਆ ਦਮਯੰਤੀ ਦੁਆਰਾ, ਉਸ ਦਾ ਸੁਨੇਹਾ ਸਿਰਫ ਰਾਜਾ ਰਿਤੂਪਰਨ ਦੇ ਦਰਬਾਰ ਦੇ ਵਿੱਚ ਹੀ ਭੇਜਿਆ ਗਿਆ। ਰਿਤੂਪਰਨ ਬੜਾ ਹੈਰਾਨ ਹੋਇਆ, ਕਿਉਂਕਿ ਸਵੰਬਰ ਵਿੱਚ ਪਹੁੰਚਣ ਲਈ ਸਮਾਂ ਤਾਂ 1 ਦਿਨ ਦਾ ਹੀ ਸੀ। ਰਾਜਾ ਨਲ ਨੇ ਰਿਤੂਪਰਨ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ। ਜਿਹੜਾ ਰਾਜਾ ਰਿਤੂਪਰਨ ਸੀ ਬੇਟਾ, ਉਹ ਹੈਰਾਨ ਹੋਇਆ ਕਿ 1 ਦਿਨ ਦੇ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਪਹੁੰਚਿਆ ਜਾ ਸਕਦਾ ਸਵੰਬਰ ਦੇ ਵਿੱਚ। ਦਮਯੰਤੀ ਨੇ ਉਸ ਨੂੰ ਸੱਦਾ ਭੇਜਿਆ ਸੀ ਅਤੇ ਪਹੁੰਚਣਾ ਵੀ ਜ਼ਰੂਰੀ ਸੀ। ਫਿਰ ਰਾਜਾ ਨਲ ਨੇ ਉਹਨੂੰ ਧੀਰਜ ਦਿੱਤਾ, ਉਹਨੂੰ ਹੌਸਲਾ ਦਿੱਤਾ ਕਿ ਉਹਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਉਹ ਸਵੰਬਰ ਵਿੱਚ ਉਸ ਨੂੰ ਠੀਕ ਸਮੇਂ ਪਹੁੰਚਾ ਦੇਵੇਗਾ। ਜਿਹੜਾ ਰਾਜਾ ਨਲ ਸੀ ਉਸਨੇ ਕਿਹਾ ਕਿ ਮੈਂ ਤੁਹਾਨੂੰ ਸਵੰਬਰ ਦੇ ਵਿੱਚ ਸਹੀ ਸਮੇਂ ਦੇ ਉੱਤੇ ਪਹੁੰਚਾ ਦੇਵਾਂਗਾ। ਅਸਲ ਵਿੱਚ ਦਮਯੰਤੀ ਨੇ ਇਹ ਸਵੰਬਰ ਰਾਜਾ ਨਲ ਦੀ ਪਛਾਣ ਕਰਨ ਲਈ ਹੀ ਰੱਖਿਆ ਸੀ। ਦਮਯੰਤੀ ਨੂੰ ਭਰੋਸਾ ਸੀ ਕਿ ਰਾਜਾ ਨਲ ਹੀ ਇਤਨੇ ਥੋੜ੍ਹੇ ਸਮੇਂ ਵਿੱਚ ਇਤਨੀ ਦੂਰ ਘੋੜਿਆਂ ਨੂੰ ਭਜਾ ਕੇ ਲਿਆ ਸਕਦਾ ਹੈ। ਉਹਨੂੰ ਬੇਟਾ ਯਕੀਨ ਸੀ, ਭਰੋਸਾ ਸੀ ਆਪਣੇ ਪਤੀ ਦੇ ਉੱਤੇ ਔਰ ਰਾਜਾ ਨਲ ਦੇ ਉੱਤੇ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਜੇਕਰ ਉਹ ਰਾਜਾ ਰਿਤੂਪਰਨ ਦੇ ਦਰਬਾਰ ਦੇ ਵਿੱਚ ਹੋਇਆ ਤਾਂ ਉਸ ਨੂੰ ਜ਼ਰੂਰ ਇੱਥੇ ਪਹੁੰਚਾ ਦੇਵੇਗਾ। ਜਦੋਂ ਰਿਤੂਪਰਨ ਨੇ ਨਲ ਨੂੰ ਇਤਨੀ ਤੇਜ਼ ਘੋੜੇ ਦੌੜਾਉਂਦੇ ਵੇਖਿਆ ਤਾਂ ਉਹ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ। ਭਾਵ ਕਿ ਜਦੋਂ ਰਸਤੇ ਦੇ ਵਿੱਚ ਬੇਟਾ ਉਹਨੂੰ ਸਾਰੀ ਗੱਲਬਾਤ ਦਾ ਪਤਾ ਲੱਗਿਆ ਰਾਜਾ ਰਿਤੂਪਰਨ ਨੂੰ ਕਿ ਇਹ ਬਹੁਤ ਜ਼ਿਆਦਾ ਐਕਸਪਰਟ ਹੈ ਘੋੜੇ ਦੌੜਾਉਣ ਦੇ ਵਿੱਚ, ਔਰ ਤੇਜ਼ੀ ਨਾਲ ਘੋੜੇ ਦੌੜਾਉਂਦੇ ਦੇਖਿਆ ਤਾਂ ਉਹ ਬਹੁਤ ਜ਼ਿਆਦਾ ਉਸ ਤੋਂ ਪ੍ਰਭਾਵਿਤ ਹੋਇਆ। ਉਸ ਨੇ ਨਲ ਨੂੰ ਕਿਹਾ ਕਿ ਉਹ ਘੋੜੇ ਦੌੜਾਉਣ ਦੀ ਕਲਾ ਉਸ ਨੂੰ ਸਿਖਾ ਦੇਵੇ। ਇਸ ਦੇ ਬਦਲੇ ਉਹ ਰਾਜਾ ਨਲ ਨੂੰ ਜੂਆ ਖੇਡਣ ਦੀ ਕਲਾ ਸਿਖਾਵੇਗਾ। ਭਾਵ ਕਿ ਦੋਹਾਂ ਦੇ ਵਿੱਚ ਬੇਟਾ ਇੱਕ ਤਰ੍ਹਾਂ ਦਾ ਆਪਾਂ ਕਹਿ ਲਓ, ਸਮਝੌਤਾ ਹੋ ਗਿਆ। ਵੀ ਸਮਝੌਤੇ ਦੇ ਵਿੱਚ ਕੀ ਕਿਹਾ ਗਿਆ, ਕਹਿੰਦਾ ਤੁਸੀਂ ਮੈਨੂੰ ਘੋੜੇ ਦੌੜਾਉਣ ਦੀ ਜਿਹੜੀ ਕਲਾ ਉਹ ਸਿਖਾਓ ਅਤੇ ਇਸ ਦੇ ਬਦਲੇ ਮੈਂ ਤੁਹਾਨੂੰ ਕੀ ਹੈ ਜੂਆ ਖੇਡਣ ਦੀ ਜਿਹੜੀ ਕਲਾ ਹੈ ਉਹ ਸਿਖਾਵਾਂਗਾ। ਰਿਤੂਪਰਨ ਜੂਆ ਖੇਡਣ ਵਿੱਚ ਬਹੁਤ ਮਾਹਿਰ ਸੀ। ਰਿਤੂਪਰਨ ਨੇ ਰਾਜਾ ਨਲ ਨੂੰ ਜੂਏ ਦੇ ਗੁਰ ਦੱਸੇ ਅਤੇ ਨਲ ਨੇ ਉਸ ਨੂੰ ਘੋੜੇ ਦੌੜਾਉਣ ਦਾ ਭੇਤ ਦੱਸਿਆ। ਭਾਵ ਕਿ ਦੋਹਾਂ ਨੇ ਇੱਕ ਦੂਸਰੇ ਨੂੰ ਆਪਣੇ ਆਪਣੇ ਕੰਮਾਂ ਦੇ ਵਿੱਚ ਮਾਹਿਰਤਾ ਜਿਹੜੀ ਉਹ ਹਾਸਿਲ ਕਰਵਾ ਦਿੱਤੀ। ਅਖੀਰ ਸਮੇਂ ਸਿਰ ਰਿਤੂਪਰਨ ਅਤੇ ਰਾਜਾ ਨਲ, ਜੋ ਉਸ ਵੇਲੇ ਵਾਹਕ ਦੇ ਰੂਪ ਵਿੱਚ ਸੀ, ਰਾਜਾ ਭੀਮ ਦੀ ਨਗਰੀ ਪੁੱਜ ਗਏ। ਉੱਥੇ ਰਾਜਾ ਨਲ ਨੂੰ ਕੋਈ ਪਛਾਣ ਨਾ ਸਕਿਆ,
ਕਿਉਂਕਿ ਬੇਟਾ ਉਹ ਘੋੜਿਆਂ ਦੇ ਵਾਹਕ ਵਜੋਂ ਭੇਸ ਬਦਲ ਕੇ ਆ ਰਿਹਾ ਸੀ, ਇਸ ਕਰਕੇ ਉਸ ਦੀ ਕਿਸੇ ਨੂੰ ਪਛਾਣ ਨਾ ਆਈ। ਇੱਥੇ ਦਮਯੰਤੀ ਨੇ ਇੱਕ ਦਾਸੀ ਰਾਹੀਂ ਰਾਜਾ ਨਲ ਨਾਲ ਸੰਪਰਕ ਕੀਤਾ। ਰਾਜਾ ਨਲ ਦਮਯੰਤੀ ਦੇ ਸਵੰਬਰ ਰਚਣ 'ਤੇ ਬੜਾ ਦੁਖੀ ਸੀ, ਪਰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਦਮਯੰਤੀ ਨੇ ਇਹ ਸਾਰੀ ਯੋਜਨਾ ਉਸ ਨੂੰ ਲੱਭਣ ਲਈ ਹੀ ਬਣਾਈ ਸੀ ਤਾਂ ਉਸ ਦੇ ਸਾਰੇ ਸ਼ੱਕ ਦੂਰ ਹੋ ਗਏ। ਬੇਟਾ ਜਦੋਂ ਉਸ ਨੂੰ ਪਤਾ ਲੱਗਿਆ ਕਿ ਦਮਯੰਤੀ ਨੇ ਦੁਬਾਰਾ ਸਵੰਬਰ ਰਚਾਇਆ ਤਾਂ ਇੱਕ ਵਾਰ ਉਹਦੀ ਆਤਮਾ ਜਿਹੜੀ ਬਹੁਤ ਦੁਖੀ ਹੋਈ ਕਿ ਉਹ ਦੁਬਾਰਾ ਆਪਣੀ ਸ਼ਾਦੀ ਜਿਹੜੀ ਉਹ ਕਰਨ ਜਾ ਰਹੀ ਹੈ। ਪਰ ਜਦੋਂ ਦਾਸੀ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਉਹਦੀਆਂ ਸਾਂਝੀਆਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਉਹਦੇ ਮਨ ਦੀ ਜਿਹੜੀ ਸਾਰੀਆਂ ਸ਼ੰਕਾਵਾਂ ਨੇ ਉਹ ਦੂਰ ਹੋ ਜਾਂਦੀਆਂ ਨੇ ਕਿ ਇਹ ਸਭ ਕੁਛ, ਇਹ ਸਾਰੀਆਂ ਪਲੈਨਿੰਗਾਂ ਉਹਨੂੰ ਲੱਭਣ ਦੇ ਲਈ ਹੀ ਕੀਤੀਆਂ ਗਈਆਂ ਸੀਗੀਆਂ। ਰਾਜਾ ਨਲ ਦੇ ਦਮਯੰਤੀ ਅਤੇ ਬੱਚਿਆਂ ਨਾਲ ਪੁਨਰ ਮੇਲ ਹੋਣ 'ਤੇ ਸਾਰੇ ਬੜੇ ਖੁਸ਼ ਹੋਏ। ਇਸ ਸਮੇਂ ਇਸ ਖੁਸ਼ੀ ਵਿੱਚ ਰਾਜਾ ਭੀਮ ਨੇ ਕਈ ਸਮਾਗਮ ਕੀਤੇ, ਭਾਵ ਕਿ ਕਈ ਪ੍ਰੋਗਰਾਮ ਬੇਟਾ ਉੱਥੇ ਰੱਖੇ। ਕੁਝ ਸਮੇਂ ਪਿੱਛੋਂ ਰਾਜਾ ਨਲ ਆਪਣੇ ਭਰਾ ਪੁਸ਼ਕਰ ਕੋਲ ਗਿਆ ਅਤੇ ਉਸ ਨੂੰ ਮੁੜ ਜੂਆ ਖੇਡਣ ਲਈ ਵੰਗਾਰਿਆ। ਹੁਣ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਜਦੋਂ ਉਸ ਦਾ ਮਿਲਾਪ ਹੋ ਗਿਆ ਤਾਂ ਸਾਰੇ ਬੜੇ ਖੁਸ਼ ਹੋਏ ਬੇਟਾ। ਉਸ ਤੋਂ ਬਾਅਦ ਰਾਜਾ ਭੀਮ ਨੇ ਵੀ ਇਸ ਖੁਸ਼ੀ ਦੇ ਵਿੱਚ ਆਪਣੀ ਧੀ ਅਤੇ ਜਮਾਈ ਦੇ ਮਿਲਾਪ ਦੇ ਅਤੇ ਆਪਣੇ ਬੱਚੇ ਦੋਤੇ ਦੋਤੀਆਂ ਦੇ ਮਿਲਾਪ ਦੇ ਵਿੱਚ ਕਈ ਸਮਾਗਮ ਨੇ ਜਿਹੜੇ ਉਹ ਕੀਤੇ। ਉਸ ਤੋਂ ਬਾਅਦ ਜਿਹੜਾ ਰਾਜਾ ਨਲ ਹੈ ਉਹ ਆਪਣੇ ਭਰਾ ਪੁਸ਼ਕਰ ਦੇ ਕੋਲ ਚਲਾ ਜਾਂਦਾ ਅਤੇ ਉਸ ਨੂੰ ਜੂਆ ਖੇਡਣ ਦੇ ਲਈ ਦੁਬਾਰਾ ਵੰਗਾਰਦਾ। ਜੂਏ ਦੀ ਨਵੀਂ ਸਿੱਖੀ ਕਲਾ ਕਾਰਨ ਉਸ ਨੇ ਪੁਸ਼ਕਰ ਤੋਂ ਨਾ ਕੇਵਲ ਆਪਣਾ ਹਾਰਿਆ ਹੋਇਆ ਰਾਜ ਭਾਗ ਮੁੜ ਜਿੱਤ ਲਿਆ, ਸਗੋਂ ਪੁਸ਼ਕਰ ਦਾ ਰਾਜ ਭਾਗ ਵੀ ਹਾਸਿਲ ਕਰ ਲਿਆ। ਨਵੀਂ ਸਿੱਖੀ ਕਲਾ ਦੇ ਕਾਰਨ ਬੇਟਾ ਉਹਨੇ ਪੁਸ਼ਕਰ ਤੋਂ ਆਪਣਾ ਰਾਜ ਭਾਗ ਵੀ ਵਾਪਸ ਲੈ ਲਿਆ ਅਤੇ ਨਾਲ ਹੀ ਉਹਦਾ ਜੋ ਜਿੱਤਿਆ ਹੋਇਆ ਰਾਜ ਭਾਗ ਸੀ ਉਹ ਵੀ ਵਾਪਸ ਤਾਂ ਲੈ ਲਿਆ ਸੀ, ਪਰ ਉਹਦੇ ਵਾਲਾ ਰਾਜ ਭਾਗ ਵੀ ਪ੍ਰਾਪਤ ਕਰ ਲਿਆ ਸੀ। ਪਰ ਰਾਜਾ ਨਲ ਪੁਸ਼ਕਰ ਵਾਂਗ ਦੁਸ਼ਟ ਨਹੀਂ ਸੀ, ਭਾਵ ਕਿ ਉਹਦੇ ਜਿੰਨਾ ਨਿਰਦਈ ਨਹੀਂ ਸੀਗਾ। ਉਸ ਨੇ ਸੱਜਣਤਾ ਦਿਖਾਉਂਦੇ ਹੋਏ ਪੁਸ਼ਕਰ ਨੂੰ ਉਸ ਦਾ ਰਾਜ ਭਾਗ ਵਾਪਸ ਕਰ ਦਿੱਤਾ, ਭਾਵ ਕਿ ਬੇਟਾ ਉਹਨੇ ਨਿਮਰਤਾ ਦਿਖਾਉਂਦੇ ਹੋਏ ਜਿਹੜਾ ਪੁਸ਼ਕਰ ਦਾ ਰਾਜ ਭਾਗ ਸੀ ਉਸ ਨੂੰ ਦੁਬਾਰਾ ਵਾਪਸ ਕਰ ਦਿੱਤਾ। ਵੈਸੇ ਤਾਂ ਇੱਕ ਵਾਰ ਉਹਨੇ ਉਸ ਦਾ ਰਾਜ ਭਾਗ ਵੀ ਉਸ ਤੋਂ ਖੋਹ ਲਿਆ ਸੀ। ਇਸ ਪਿੱਛੋਂ ਸਾਰੇ ਖੁਸ਼ੀ ਖੁਸ਼ੀ ਰਹਿਣ ਲੱਗੇ। ਦਮਯੰਤੀ ਅਤੇ ਨਲ ਦਾ ਆਪਸੀ ਪਿਆਰ ਇੰਨੇ ਦੁੱਖਾਂ ਕਸ਼ਟਾਂ ਵਿੱਚੋਂ ਲੰਘ ਕੇ ਸਗੋਂ ਹੋਰ ਵੀ ਵੱਧ ਗਿਆ, ਭਾਵ ਕਿ ਬੇਟਾ ਉਹਨਾਂ ਦੇ ਪਿਆਰ ਦੇ ਵਿੱਚ ਇਹਨਾਂ ਦੁੱਖਾਂ ਕਸ਼ਟਾਂ ਦੇ ਬਾਵਜੂਦ ਵੀ ਕੋਈ ਕਮੀ ਨਹੀਂ ਆਈ। ਇਸ ਦੇ ਬਾਵਜੂਦ ਵੀ ਉਹਨਾਂ ਦਾ ਪਿਆਰ ਹੈ ਜਿਹੜਾ ਉਹ ਹੋਰ ਵੀ ਜ਼ਿਆਦਾ ਵੱਧ ਗਿਆ ਸੀ, ਜਿਸ ਦੇ ਕਾਰਨ ਉਹ ਇੱਕ ਦੂਸਰੇ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਰਹਿਣ ਲੱਗੇ। ਹਾਂਜੀ, ਅੱਜ ਦੀ ਵੀਡੀਓ ਦੇ ਵਿੱਚ ਆਪਣੀ ਕਹਾਣੀ ਹੈ ਬੇਟਾ ਜਿਹੜੀ ਕੰਪਲੀਟ ਹੋ ਗਈ। ਅੱਗੇ ਇਹਦੇ ਕੁਐਸਚਨ ਆਨਸਰ ਦਿੱਤੇ ਹੋਏ ਨੇ, ਤੁਸੀਂ ਉਹ ਕਰ ਸਕਦੇ ਹੋ। ਧੰਨਵਾਦ ਬੇਟਾ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਗਲੀ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।